1755 ਫੱਗਣ ਮਹੀਨੇ ਵਿੱਚ ਗੁਰੂ ਜੀ ਨੇ ਦੇਵੀ ਪ੍ਰਗਟ ਕੀਤੀ ਅਤੇ 1756 ਵਿਸਾਖੀ ਵਾਲੇ ਦਿਨ ਆਪ ਜੀ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ 5 ਪਿਆਰੇ ਚੁਣ ਕੇ ਖਾਲਸਾ ਸਾਜਿਆ। ਫੱਗਣ 1757 ਵਿੱਚ ਆਪ ਜੀ ਨੇ ਹੋਲਾ ਮਹੱਲਾ ਖੇਡਣ ਦੀ ਰੀਤੀ ਆਪਣੇ ਖਾਲਸਾ ਪੰਥ ਵਿੱਚ ਪ੍ਰਚਲਿਤ ਕੀਤੀ ਅਤੇ ਸੰਮਤ 1757 ਵਿੱਚ ਹੀ ਆਪ ਜੀ ਨੇ ਝੂਠੇ ਮਸੰਦਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਅਤੇ ਅੱਗੇ ਤੋਂ ਇਹਨਾਂ ਨੂੰ ਸਿੱਖਾਂ ਤੋਂ ਕਾਰ ਭੇਟ ਉਗਰਾਹਣ ਦੀ ਮਨਾਹੀ ਕਰ ਦਿੱਤੀ। ਸਤਿਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੂਰਬ ਦਿਸ਼ਾ ਦੀ ਯਾਤਰਾ ਕਰਨ ਕਰਕੇ ਉਧਰ ਗੁਰੂ ਜੀ ਦੇ ਬਹੁਤ ਸਿੱਖ ਸ਼ਰਧਾਲੂ ਰਹਿੰਦੇ ਸਨ, ਜੈਸਾ ਕਿ ਕਾਂਸ਼ੀ, ਪਟਨਾ, ਗਾਜ਼ੀਪੁਰ, ਢਾਕਾ, ਮੁੰਗੇਰ, ਰਾਜ ਮਹਿਲ, ਮਿਰਜ਼ਾਪੁਰ, ਫਰਕਾਬਾਦ, ਮਕਸੂਦਾਬਾਦ, ਬੰਗਾਲ ਅਤੇ ਬ੍ਰਹਮਪੁੱਤਰ ਨਦੀ ਦੇ ਲਾਗੇ ਦੇ ਹੋਰ ਅਨੇਕਾਂ ਸ਼ਹਿਰਾਂ ਤੇ ਨਗਰਾਂ ਵਿੱਚ ਗੁਰੂ ਜੀ ਦੇ ਸਿੱਖ ਵਸਦੇ ਸਨ। ਇਸ ਇਲਾਕੇ ਦੀ ਸੰਗਤ ਪਾਸੋਂ ਕਾਰ ਭੇਟ ਇਕੱਠੀ ਕਰਨ ਵਾਸਤੇ 2 ਮਸੰਦ ਨਿਯਤ ਕੀਤੇ ਹੋਏ ਸਨ। ਇਹ ਅੱਧੀ ਤੋਂ ਬਹੁਤੀ ਕਾਰ ਭੇਟ ਆਪ ਰੱਖ ਲੈਂਦੇ ਸਨ ਅਤੇ ਅੱਧੀ ਤੋਂ ਥੋੜੀ ਗੁਰੂ ਜੀ ਦੇ ਖਜ਼ਾਨੇ ਵਿੱਚ ਪਾਉਂਦੇ ਸਨ, ਜਿਸ ਕਰਕੇ ਬਹੁਤ ਧਨੀ ਹੋ ਗਏ ਸਨ ਅਤੇ ਧਨ ਨਾਲ ਵੱਡੇ ਹੰਕਾਰੀ ਹੋ ਗਏ ਸਨ। ਇੱਕ ਵਾਰ ਢਾਕੇ ਦੀ ਸੰਗਤ ਨਾਲ ਉੱਥੋਂ ਦਾ ਇੱਕ ਸਿੱਖ ਆਇਆ। ਉਸਨੇ ਗੁਰੂ ਜੀ ਨੂੰ ਬਾਦਲੇ ਦਾ ਇੱਕ ਥਾਨ ਭੇਟਾ ਕੀਤਾ। ਗੁਰੂ ਜੀ ਅਤੇ ਸੰਗਤ ਉਸ ਅਜੀਬ ਸੁੰਦਰ ਕੱਪੜੇ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਸਿੱਖਾਂ ਨੇ ਕਿਹਾ, ਗੁਰੂ ਜੀ, ਇਹੋ ਜਿਹਾ ਕੱਪੜਾ ਅਸਾਂ ਅੱਗੇ ਕਦੇ ਨਹੀਂ ਵੇਖਿਆ। ਜਦ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਥਾਨ ਭੇਟ ਕਰਨ ਵਾਲੇ ਸਿੱਖ ਵੱਲ ਵੇਖਿਆ ਤਾਂ ਉਸਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ, ਇਸ ਤੋਂ ਪਹਿਲਾਂ ਵੀ ਮੈਂ ਇਹੋ ਜਿਹਾ ਇੱਕ ਥਾਨ ਮਾਤਾ ਜੀ ਵਾਸਤੇ ਭੇਜਿਆ ਸੀ। ਉਹ ਥਾਨ ਜਨਾਨਾ ਸੀ। ਇਹ ਮਰਦਾਨਾ ਮੈਂ ਆਪ ਜੀ ਦੇ ਪਹਿਨਣ ਵਾਸਤੇ ਲਿਆਂਦਾ ਹੈ। ਗੁਰੂ ਜੀ ਨੇ ਕਿਹਾ, ਉਹ ਤੇਰਾ ਪਹਿਲਾ ਥਾਨ ਸਾਨੂੰ ਨਹੀਂ ਮਿਲਿਆ, ਤੂੰ ਕਿਸ ਨੂੰ ਦਿੱਤਾ ਸੀ? ਸਿੱਖ ਨੇ ਉੱਤਰ ਦਿੱਤਾ, ਜੀ, ਉਹ ਮੈਂ ਮਈਏ ਤੇ ਚਈਏ ਤੁਹਾਡੇ ਮਸੰਦ ਬੁਲਾਕੀ ਦੇ ਪੁੱਤਰਾਂ ਨੂੰ ਦਿੱਤਾ ਸੀ। ਸਤਿਗੁਰੂ ਜੀ ਨੇ ਤੁਰੰਤ ਹੀ ਮਈਏ ਚਈਏ ਮਸੰਦਾਂ ਨੂੰ ਸੱਦ ਕੇ ਪੁੱਛਿਆ ਕਿ ਜਿਹੜਾ ਬਾਦਲੇ ਦਾ ਥਾਨ ਇਸ ਸਿੱਖ ਨੇ ਮਾਤਾ ਜੀ ਵਾਸਤੇ ਤੁਹਾਨੂੰ ਦਿੱਤਾ ਸੀ, ਉਹ ਤੁਸੀਂ ਕਿਸ ਨੂੰ ਦਿੱਤਾ ਹੈ? ਉਹ ਕਿੱਥੇ ਹੈ? ਮਈਆ ਚਈਆ ਮਸੰਦ ਤਾਂ ਅਜੇ ਸੋਚ ਹੀ ਰਹੇ ਸਨ ਕਿ ਹੁਣ ਕਿਹੜਾ ਬਹਾਨਾ ਲਾਈਏ ਜਿਸ ਨਾਲ ਸਾਡੀ ਗੱਲ ਬਣੀ ਰਹੇ, ਪਰ ਇੱਕ ਸਿੱਖ ਨੇ ਝਟਪਟ ਹੀ ਕੋਲੋਂ ਕਹਿ ਦਿੱਤਾ, ਗੁਰੂ ਜੀਓ, ਉਹ ਥਾਨ ਦੇ ਕੱਪੜੇ ਦਾ ਸੂਟ ਇਸ ਦੀ ਇਸਤਰੀ ਪਹਿਨ ਕੇ ਵਿਆਹ ਵਾਲੇ ਘਰ ਤੁਰੀ ਜਾਂਦੀ ਮੈਂ ਵੇਖੀ ਸੀ। ਉਹ ਬੜਾ ਅਜੀਬ, ਸੁੰਦਰ ਤੇ ਬਹੁਮੁੱਲਾ ਕੱਪੜਾ ਸੀ। ਸਤਿਗੁਰੂ ਜੀ ਨੇ ਫੇਰ ਮਈਏ ਚਈਏ ਨੂੰ ਪੁੱਛਿਆ, ਦੱਸੋ ਇਹ ਸਿੱਖ ਸੱਚ ਕਹਿੰਦਾ ਹੈ ਕਿ ਨਹੀਂ? ਜਦ ਇਸ ਪ੍ਰਸ਼ਨ ਦਾ ਉਹਨਾਂ ਨੇ ਕੋਈ ਉੱਤਰ ਨਾ ਦਿੱਤਾ ਤਾਂ ਗੁਰੂ ਜੀ ਨੇ ਉਹਨਾਂ ਦੀਆਂ ਮੁਸ਼ਕਾਂ ਬਣਵਾ ਕੇ ਦਰਖਤ ਨਾਲ ਪੁੱਠੇ ਲਟਕਾ ਕੇ ਸਭ ਦੇ ਸਾਹਮਣੇ ਕੋਟੜੇ ਮਰਵਾਏ ਅਤੇ ਅੱਗੇ ਤੋਂ ਹੁਕਮ ਕਰ ਦਿੱਤਾ ਕਿ ਤੁਸੀਂ ਬੰਗਾਲ ਤਥਾ ਪੂਰਬ ਦੀ ਸਿੱਖੀ ਦੀ ਕਾਰ ਭੇਟ ਨਹੀਂ ਲੈਣਾ ਅਤੇ ਨਾ ਹੀ ਉਸ ਦੇਸ਼ ਜਾਣਾ ਹੈ। ਇਸ ਬਿਰਤਾਂਤ ਉਪਰੰਤ ਦੂਜੇ ਤੀਜੇ ਦਿਨ ਗੁਰੂ ਜੀ ਦੀਵਾਨ ਲਗਾ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਰਹੇ ਸਨ ਕਿ ਇੱਕ ਭੰਡਾਂ ਦੀ ਟੋਲੀ ਨੇ ਆਣ ਕੇ ਬੇਨਤੀ ਕੀਤੀ ਕਿ ਗੁਰੂ ਜੀਓ, ਜੇ ਹੁਕਮ ਹੋਵੇ ਤਾਂ ਅਸੀਂ ਤਮਾਸ਼ਾ ਵਿਖਾਈਏ। ਗੁਰੂ ਜੀ ਨੇ ਫਰਮਾਇਆ, ਹਾਂ, ਕੋਈ ਤਮਾਸ਼ਾ ਵਿਖਾਉਣਾ ਚਾਹੁੰਦੇ ਹੋ ਤਾਂ ਮਸੰਦਾਂ ਦੀ ਨਕਲ ਲਾ ਕੇ ਦੱਸੋ, ਇਹ ਸਿੱਖ ਸੰਗਤ ਵਿੱਚ ਕਿਸ ਤਰ੍ਹਾਂ ਵਰਤਦੇ ਹਨ। ਸਤਿਗੁਰੂ ਜੀ ਦੀ ਆਗਿਆ ਪਾ ਕੇ ਇੱਕ ਭੰਡ ਨੇ ਮਸੰਦ ਦਾ ਭੇਸ ਧਾਰ ਲਿਆ, ਗਲ ਵਿੱਚ ਵੱਡਾ ਸਾਰਾ ਚੋਲਾ ਪਾ ਲਿਆ। ਇੱਕ ਵੇਸਵਾ ਨੂੰ ਨਾਲ ਲੈ ਕੇ ਘੋੜੀ ਉੱਤੇ ਚੜ੍ਹ ਕੇ 2 ਨੌਕਰਾਂ ਸਹਿਤ ਕਾਰ ਭੇਟ ਉਗਰਾਹਣ ਵਾਸਤੇ ਇੱਕ ਗਰੀਬ ਸ਼ਰਧਾਲੂ ਸਿੱਖ ਦੇ ਘਰ ਜਾ ਉਤਰਿਆ। ਸਿੱਖ ਨੇ ਕਿਸੇ ਪਾਸੋਂ 1 ਰੁਪਇਆ ਉਧਾਰਾ ਲੈ ਕੇ ਬੜੀ ਸ਼ਰਧਾ ਨਾਲ ਮਸੰਦ ਦੇ ਅੱਗੇ ਧਰ ਕੇ ਮੱਥਾ ਟੇਕਿਆ। 1 ਰੁਪਇਆ ਵੇਖ ਕੇ ਮਸੰਦ ਨੇ ਬੜੇ ਕ੍ਰੋਧ ਨਾਲ ਸਿੱਖ ਨੂੰ ਆਖਿਆ, ਮੂਰਖਾ, ਤੂੰ ਇਹ ਕੀ ਕੀਤਾ ਹੈ? 5 ਰੁਪਏ ਕਿਉਂ ਨਹੀਂ ਦਿੱਤੇ? ਇਸ ਤਰ੍ਹਾਂ ਗਾਲਾਂ ਕੱਢ ਕੇ ਰੁਪਇਆ ਚੱਕ ਕੇ ਵੇਸਵਾ ਨੂੰ ਦੇ ਦਿੱਤਾ। ਸਿੱਖ ਵਿਚਾਰੇ ਨੇ ਦੁਖੀ ਹੋ ਕੇ ਆਪਣੀ ਘਰਵਾਲੀ ਦੀ ਨੱਥ ਗਹਿਣੇ ਧਰ ਕੇ ਮਾਂ ਦੀ ਦਾਲ ਘਿਓ ਵਿੱਚ ਭੁੰਨ ਕੇ ਬਣਾਈ ਅਤੇ ਕਣਕ ਦੇ ਫੁਲਕੇ ਤਿਆਰ ਕਰਕੇ ਮਸੰਦ ਪਾਸ ਬੇਨਤੀ ਕੀਤੀ ਕਿ ਕਿਰਪਾ ਕਰਕੇ ਪ੍ਰਸ਼ਾਦ ਛਕੋ ਜੀ। ਮਸੰਦ ਸ਼ਰਾਬ ਨਾਲ ਬੌਰਾ ਹੋਇਆ ਜਦ ਪ੍ਰਸ਼ਾਦ ਛਕਣ ਵਾਸਤੇ ਚੌਂਕੀ ਉੱਤੇ ਬੈਠਾ ਤਾਂ ਦਾਲ ਫੁਲਕਾ ਵੇਖ ਕੇ ਕ੍ਰੋਧ ਨਾਲ ਸਿੱਖ ਨੂੰ ਗਾਲਾਂ ਕੱਢ ਕੇ ਆਖਣ ਲੱਗਾ ਕਿ ਇਹ ਖਾਣਾ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ। ਗੁੱਸੇ ਨਾਲ ਫੁਲਕੇ ਚੁੱਕ ਕੇ ਕੁੱਤੇ ਨੂੰ ਪਾ ਦਿੱਤੇ ਅਤੇ ਦਾਲ ਡੋਲ ਕੇ ਉੱਠ ਕੇ ਡੇਰੇ ਨੂੰ ਤੁਰ ਪਿਆ। ਸਿੱਖ ਨੇ ਦੀਨ ਹੋ ਕੇ ਬੇਨਤੀ ਕੀਤੀ ਕਿ ਮੈਂ ਗਰੀਬ ਹਾਂ, ਮੈਨੂੰ ਉਧਾਰ ਵੀ ਨਹੀਂ ਮਿਲਦਾ, ਪਰ ਤੁਸੀਂ ਗੁੱਸੇ ਨਾ ਹੋਵੋ, ਜੋ ਆਗਿਆ ਕਰੋ ਉਹੀ ਬਣਾ ਦਿੰਦੇ ਹਾਂ। ਮਸੰਦ ਨੇ ਕਿਹਾ, ਹੇ ਸਿੱਖਾ ਸੁਣ,
ਸਾਡੇ ਲਈ ਤਿਹਾਵਲ ਦਾ ਕੜਾਹ ਪ੍ਰਸ਼ਾਦ ਨਾਲ ਮਹਾਂਪ੍ਰਸ਼ਾਦ ਅਤੇ ਬੜੇ ਵਧੀਆ ਬਰੀਕ ਚੌਲ ਤਿਆਰ ਕਰਕੇ ਇੱਕ ਸੁਰਾਹੀ ਸ਼ਰਾਬ ਦੀ ਭਰ ਕੇ ਲਿਆ, ਫੇਰ ਅਸੀਂ ਪ੍ਰਸ਼ਾਦ ਛਕਾਂਗੇ, ਨਹੀਂ ਤਾਂ ਤੈਨੂੰ ਅਸੀਂ ਸਿੱਖੀ ਤੋਂ ਖਾਰਜ ਕਰ ਦਿਆਂਗੇ। ਸਿੱਖ ਵਿਚਾਰੇ ਡਰਦੇ ਨੇ, ਆਪਣੀ ਵਹੁਟੀ ਦੀ ਨੱਥ ਵੇਚ ਕੇ ਸਭ ਮਾਸ ਸ਼ਰਾਬ ਮਸੰਦ ਦੀ ਮਰਜ਼ੀ ਅਨੁਸਾਰ ਜਦ ਤਿਆਰ ਕਰਵਾ ਕੇ ਦਿੱਤਾ ਤਾਂ ਉਸਨੇ ਵੇਸਵਾ ਨਾਲ ਬੈਠ ਕੇ ਮਾਸ ਸ਼ਰਾਬ ਦਾ ਸੇਵਨ ਕਰਕੇ ਖਾਣਾ ਖਾਧਾ ਉਪਰੰਤ ਆਖਣ ਲੱਗਾ, ਹੁਣ ਸਾਨੂੰ ਭੇਟਾ ਦਿਓ ਜਿਹੜੀ ਅਸੀਂ ਗੁਰੂ ਜੀ ਪਾਸ ਜਾ ਕੇ ਦੇਣੀ ਹੈ। ਸਿੱਖ ਨੇ ਆਪਣੀ ਇਸਤਰੀ ਦਾ ਲਹਿੰਗਾ ਗਹਿਣੇ ਰੱਖ ਕੇ 1 ਰੁਪਇਆ ਲਿਆ ਕੇ ਮੱਥਾ ਟੇਕਿਆ, ਜਿਸ ਨੂੰ ਸ਼ਰਾਬ ਨਾਲ ਮਸਤ ਮਸੰਦ ਨੇ ਵਗਾ ਮਾਰਿਆ ਤੇ ਸਿੱਖ ਨੂੰ ਜੋ ਪੈਰਾਂ ਤੇ ਮੱਥਾ ਟੇਕਣ ਲੱਗਾ ਸੀ ਲੱਕ ਵਿੱਚ ਲੱਤ ਮਾਰ ਕੇ ਆਖਿਆ, ਤੈਨੂੰ ਧਿਕਾਰ ਹੈ ਜਿਸ ਨੇ ਗੁਰੂ ਜੀ ਵਾਸਤੇ 1 ਰੁਪਇਆ ਦਿੱਤਾ ਹੈ। ਇਹ 1 ਰੁਪਇਆ ਨੌਕਰ ਨੇ ਚੁੱਕ ਲਿਆ ਤੇ ਮਸੰਦ ਸਿੱਖ ਨੂੰ ਗਾਲਾਂ ਕੱਢਦਾ ਹੋਇਆ ਵੇਸਵਾ ਨੂੰ ਬਾਂਹ ਤੋਂ ਫੜ ਕੇ ਡੇਰੇ ਨੂੰ ਚਲਿਆ ਗਿਆ। ਸਿੱਖ ਵਿਚਾਰਾ ਦੁਖੀ ਹੋ ਕੇ ਝੂਰਦਾ ਰਹਿ ਗਿਆ। ਇਸ ਤਰ੍ਹਾਂ ਦੀਆਂ ਨਕਲਾਂ ਕਰਕੇ ਜਦ ਭੰਡਾ ਨੇ ਸਤਿਗੁਰੂ ਜੀ ਨੂੰ ਵਿਖਾਈਆਂ ਤਾਂ ਆਪ ਜੀ ਨੇ ਗੁੱਸੇ ਨਾਲ ਨੇਤਰ ਲਾਲ ਕਰਕੇ ਸਿੱਖਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਜਿੱਥੇ ਕਿਤੇ ਵੀ ਮਸੰਦ ਹਨ ਉਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਲੈ ਆਓ ਤੇ ਕੈਦ ਵਿੱਚ ਪਾ ਦਿਓ। ਮੇਰੇ ਪ੍ਰਾਣਾਂ ਨਾਲੋਂ ਪਿਆਰੇ ਸਿੱਖਾਂ ਨੂੰ ਇਹਨਾਂ ਹਥਿਆਰੇ ਮਸੰਦਾਂ ਨੇ ਬਹੁਤ ਕਸ਼ਟ ਦਿੱਤੇ ਹਨ। ਸਿੱਖ ਧਨ ਹਨ ਜਿਨ੍ਹਾਂ ਇਤਨੇ ਕਸ਼ਟ ਸਹਾਰ ਕੇ ਵੀ ਸਿੱਖੀ ਨਹੀਂ ਛੱਡੀ। ਇਸ ਤਰ੍ਹਾਂ ਦੂਰ ਦੂਰ ਤੋਂ ਸਿੱਖਾਂ ਨੇ ਮਸੰਦਾਂ ਨੂੰ ਫੜ ਕੇ ਆਨੰਦਪੁਰ ਲਿਆ ਕੇ ਕੈਦ ਵਿੱਚ ਬੰਦ ਕਰ ਦਿੱਤਾ। ਇਸ ਨੇਕ ਦੇਸ਼ ਦਾ ਤਖਤ ਮੱਲ ਮਸੰਦ ਬਹੁਤ ਸਾਰੀ ਕਾਰ ਭੇਟ ਲੈ ਕੇ ਗੁਰੂ ਜੀ ਤੋਂ ਡਰਦਾ ਹੋਇਆ ਇਸਤਰੀ ਦਾ ਭੇਸ ਧਾਰ ਕੇ ਮਾਤਾ ਜੀਤੋ ਜੀ ਪਾਸ ਮਹਿਲਾਂ ਵਿੱਚ ਚਲਿਆ ਗਿਆ। ਤੇੜ ਉਸਨੇ ਘੱਗਰਾ ਪਾ ਲਿਆ ਤੇ ਸਿਰ ਦੇ ਵਾਲ ਇਸਤਰੀਆਂ ਵਾਂਗੂ ਗੁੰਦਵਾ ਕੇ ਪੱਟੀਆਂ ਮੀਡੀਆਂ ਕਰ ਲਈਆਂ। ਮਾਤਾ ਜੀ ਪਾਸ ਜਾ ਕੇ ਉਹਨਾਂ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਮੇਰਾ ਨਾਮ ਤਖਤ ਮੱਲ ਹੈ, ਮੈਂ ਗੁਰੂ ਜੀ ਤੋਂ ਡਰਦੇ ਨੇ ਇਹ ਰੂਪ ਧਾਰਨ ਕੀਤਾ ਹੈ ਅਤੇ ਆਪਣੀ ਰੱਖਿਆ ਵਾਸਤੇ ਤੁਹਾਡੇ ਪਾਸ ਆਇਆ ਹਾਂ। ਗੁਰੂ ਜੀ ਤੋਂ ਮੈਨੂੰ ਮਾਫੀ ਦਿਵਾ ਦਿਓ। ਮਾਤਾ ਜੀ ਨੇ ਉਸ ਉੱਤੇ ਦਇਆ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਇਹ ਦੀਨ ਹੋ ਕੇ ਸ਼ਰਨ ਆ ਗਿਆ ਹੈ, ਸ਼ਰਨ ਆਏ ਨੂੰ ਬਖਸ਼ ਦੇਣਾ ਹੀ ਤੁਹਾਡਾ ਬਿਰਧ ਹੈ। ਮਾਤਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਤਖਤ ਮੱਲ ਨੂੰ ਬਖਸ਼ ਦਿੱਤਾ ਅਤੇ ਉਹ ਆਪਣੇ ਘਰ ਚਲਿਆ ਗਿਆ। ਇਸ ਸਬੰਧ ਵਿੱਚ ਇਹ ਵਾਰਤਾ ਪ੍ਰਸਿੱਧ ਹੈ ਕਿ ਅਜੇ ਤੱਕ ਵੀ ਇਹਨਾਂ ਦਾ ਜਿਹੜਾ ਮਸੰਦ ਗੱਦੀ ਉੱਤੇ ਬੈਠਦਾ ਹੈ ਉਹ ਪਹਿਲਾਂ ਇਸਤਰੀ ਦਾ ਰੂਪ ਧਾਰ ਕੇ ਗੱਦੀ ਨੂੰ ਮੱਥਾ ਟੇਕ ਕੇ ਫੇਰ ਮਰਦਾਵੇਂ ਰੂਪ ਵਿੱਚ ਗੱਦੀ ਉੱਤੇ ਬੈਠਦਾ ਹੈ। ਇਸ ਪ੍ਰਕਾਰ ਕਈ ਮਸੰਦ ਜਿਨ੍ਹਾਂ ਨੇ ਡਰ ਕਰਕੇ ਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਮੁਆਫੀਆਂ ਮੰਗ ਲਈਆਂ, ਉਹਨਾਂ ਨੂੰ ਗੁਰੂ ਜੀ ਨੇ ਬਖਸ਼ਿਸ਼ ਕਰਕੇ ਛੱਡ ਦਿੱਤਾ, ਪਰ ਸਿੱਖੀ ਘਾਰ ਭੇਟ ਲੈਣ ਤੋਂ ਸਭ ਨੂੰ ਮਨਾ ਕਰ ਦਿੱਤਾ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।